परम पूरन परमेश्वर रब रहया सबने जाए। तुर के बाणी आई तिन सगले चिंत मिटाए। दयाल पुरख मेहरबाना हर नानक साच बखाना। अमृत बाणी हर हर तेरी सुन सुन होवे परम गत मेरी। जलन बुझे शीतल होए मनुआ सतगुर का दर्शन पाए जियो। दंडोत बंधन अनक बार सर्व कला समरथ। डोलन ते राखो प्रभु नानक दे कर हाथ। डोलन ते राखो प्रभु नानक दे कर हाथ। परम सन्मानयोग छतर चवर तख्त दे मालिक रहमतां दे मुजस्मे वालिए कुल आलम शब्द गुरु श्री गुरु ग्रंथ साहिब जी दे पावन पवित्र हजूरी अंदर सुभाईमान सत संगी जनां वड भागे हाँ जो संध्या दे दीवाना विच बैठ के रब्बी इलाही बाणी दा हर जस कीर्तन सरवण कर रहे सां। हुण आओ कुछ समय वास्ते गुरमत विचारां दे नाल जुड़न दा यतन करिए। अज सतगुरु श्री गुरु ग्रंथ साहिब जी का पहला प्रकाश दिहाड़ा है। सब तो पहला समूह संगत नूं सतगुरु जी दे प्रकाश दिहाड़े दियां बेअंत वधाइयां। इसे ही संबंध दे विच अज आपां विचार करनी है। सवेरे भी आपां इसे ही संबंध विच विचार कीती सी। शामां दे दीवाना विच भी आपां इसे ही संबंध विच विचार करनी है। क्योंकि जिहड़ी संगत सवेरे संगत दे विच नहीं आ सके वो इस दीवाना दे विच बैठ के सतगुरु जी दे प्रकाश दिहाड़े दे संबंध विच इतिहास की जानकारी लै सकन। तां जो पहला प्रकाश दिहाड़ा आपां सवेरे मनाया है उस दी जानकारी तो सवेरे जो सिख संगत वांझी रह सकी है वो हुण उस इतिहास की जानकारी नूं प्राप्त कर सकन।
ਵਿਚਾਰ ਆਰੰਭਣ ਤੋਂ ਪਹਿਲਾਂ ਆਓ ਗੁਰਦੇਵ ਦੇ ਚਰਨਾਂ 'ਚ ਹਾਜ਼ਰੀ ਲਵਾਈਏ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪੰਚਮ ਪਿਤਾ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਆਦਿ ਬੀੜ ਦਾ ਪਹਿਲਾ ਪ੍ਰਕਾਸ਼ ਕਰਵਾਇਆ ਸੀ, ਜਿਸ ਨੂੰ ਆਪਾਂ ਹੁਣ ਵਰਤਮਾਨ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਾਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ 3 ਦਿਹਾੜੇ ਮਨਾਏ ਜਾਂਦੇ ਹਨ। ਇਸ ਸਬੰਧ ਦੇ ਵਿੱਚ ਪਹਿਲਾ ਇਤਿਹਾਸਿਕ ਦਿਹਾੜਾ ਜੋ ਕਿ ਅੱਜ ਹੈ, ਸਤਿਗੁਰੂ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ, ਜੋ 1604 ਈਸਵੀ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਦਿ ਬੀੜ ਦਾ ਪ੍ਰਕਾਸ਼ ਕੀਤਾ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਪਹਿਲਾ ਪ੍ਰਕਾਸ਼ ਕਰਵਾਇਆ। ਦੂਸਰਾ ਇਤਿਹਾਸ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋ ਸੰਬੰਧਿਤ ਹੈ, ਉਹ ਹੈ ਸੰਪੂਰਨਤਾ ਦਿਵਸ। ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ ਨੂੰ ਦਰਜ ਕਰਵਾ ਕੇ ਸੰਪੂਰਨ ਗ੍ਰੰਥ ਕਰਵਾਇਆ ਤੇ 1705 ਈਸਵੀ ਦੇ ਵਿੱਚ ਸਤਿਗੁਰੂ ਜੀ ਨੇ ਇਹ ਕਾਰਜ ਕੀਤਾ। ਤੀਸਰਾ ਇਤਿਹਾਸਿਕ ਦਿਹਾੜਾ 1708 ਈਸਵੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਨਾਂਦੇੜ ਸਾਹਿਬ ਦੀ ਧਰਤੀ ਤੇ ਸੰਪੂਰਨ ਗ੍ਰੰਥ ਜੋ ਕਰਵਾਇਆ ਸੀ, ਉਸ ਨੂੰ ਗੁਰਤਾ ਗੱਦੀ ਬਖਸ਼ ਕੇ ਸਤਿਗੁਰੂ ਜੀ ਨੇ ਸਿੱਖ ਨੂੰ ਸ਼ਬਦ ਗੁਰੂ ਦੇ ਨਾਲ ਜੋੜਿਆ। ਇਹ 3 ਇਤਿਹਾਸਿਕ ਦਿਹਾੜੇ ਹਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਬੰਧ ਵਿੱਚ ਗੁਰੂ ਨਾਨਕ ਦੇਵਾ ਸਿੱਖ ਜਗਤ ਮਨਾਉਂਦਾ ਹੈ। ਅੱਜ ਆਪਾਂ ਸਿਰਫ ਪਹਿਲੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਹੀ ਵਿਚਾਰ ਕਰਨੀ ਹੈ। ਸਵੇਰੇ ਵੀ ਬੇਨਤੀ ਕੀਤੀ ਸੀ, ਆਦਿ ਗ੍ਰੰਥ ਦੇ ਲਿਖਣ ਦੇ ਕਾਰਨ ਹਨ ਤੇ ਵਿਦਵਾਨਾਂ ਨੇ ਕਈ ਕਾਰਨ ਮੰਨੇ ਹਨ ਆਦਿ ਗ੍ਰੰਥ ਨੂੰ ਹੋਂਦ ਵਿੱਚ ਲਿਆਉਣ ਦੇ, ਪਰ ਮੁੱਖ ਰੂਪ ਵਿੱਚ 3 ਕਾਰਨ ਹਨ। ਪਹਿਲਾ ਕਾਰਨ, ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਨਿਰਮਲ ਪੰਥ ਚਲਾਇਆ ਅਤੇ ਪੰਥ ਨੂੰ ਚਲਾਉਣ ਵਾਸਤੇ ਗ੍ਰੰਥ ਦਾ ਹੋਣਾ ਬਹੁਤ ਜ਼ਰੂਰੀ ਸੀ ਅਤੇ ਉਸ ਗ੍ਰੰਥ ਦੀ ਸ਼ੁਰੂਆਤ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਪਣੇ ਸਮੇਂ ਹੀ ਕਰ ਦਿੱਤੀ ਸੀ। ਜਦੋਂ ਆਪਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹਦੇ ਹਾਂ ਤੇ ਭਾਈ ਗੁਰਦਾਸ ਜੀ ਇਸ ਗੱਲ ਦੀ ਗਵਾਹੀ ਭਰਦੇ ਹਨ, ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਦੇ ਕੋਲ ਇੱਕ ਕਿਤਾਬ ਹੈ ਜਿਹਦੇ ਵਿੱਚ ਸਤਿਗੁਰੂ ਜੀ ਦੀ ਆਪ ਦੀ ਉਚਾਰਨ ਕੀਤੀ ਹੋਈ ਬਾਣੀ, ਭਗਤ ਸਾਹਿਬਾਨਾਂ ਦੀ ਬਾਣੀ ਜੋ ਵੱਖ-ਵੱਖ ਸਥਾਨਾਂ ਤੇ ਜਾ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਕੱਤਰ ਕੀਤੀ ਹੈ। ਤੇ ਭਾਈ ਗੁਰਦਾਸ ਜੀ ਕਹਿੰਦੇ, ਆਸਾ ਹੱਥ ਕਿਤਾਬ ਕਸ਼, ਸਤਿਗੁਰੂ ਜੀ ਦੇ ਕਸ਼ ਦੇ ਵਿੱਚ ਇੱਕ ਕਿਤਾਬ ਹੈ ਜਿਹਨੂੰ ਅਸੀਂ ਪੋਥੀ ਸਾਹਿਬ ਕਹਿੰਦੇ ਹਾਂ। ਪਹਿਲੇ ਜਾਮੇ ਦੇ ਵਿੱਚ ਹੀ ਸਤਿਗੁਰੂ ਜੀ ਨੇ ਜੋ ਪੰਥ ਆਰੰਭ ਕੀਤਾ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ, ਉਸ ਪੰਥ ਦੀ ਅਗਵਾਈ ਕਰਨ ਦੇ ਲਈ ਗ੍ਰੰਥ ਨੂੰ
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਹੀ ਆਰੰਭ ਕਰ ਦਿੱਤਾ। ਪੰਜਵੇਂ ਜਾਮੇ ਦੇ ਵਿੱਚ ਆ ਕੇ ਪੰਥ ਦੀ ਅਗਵਾਈ ਕਰਨ ਵਾਸਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪਣੇ ਵੱਲੋਂ ਉਚਾਰਨ ਕੀਤੀ ਹੋਈ ਬਾਣੀ ਅਤੇ ਪਹਿਲੇ ਗੁਰੂ ਸਾਹਿਬਾਨਾਂ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ, ਭਗਤ ਸਾਹਿਬਾਨਾਂ ਦੀ ਬਾਣੀ, ਭੱਟ ਸਾਹਿਬਾਨਾਂ ਦੀ ਬਾਣੀ ਅਤੇ ਗੁਰਸਿੱਖਾਂ ਦੀ ਬਾਣੀ ਨੂੰ ਇੱਕ ਜਗ੍ਹਾ ਇਕੱਤਰ ਕਰਨ ਦਾ ਫੈਸਲਾ ਕੀਤਾ ਤੇ ਜੋ ਪੋਥੀਆਂ ਵੱਖ-ਵੱਖ ਜਗ੍ਹਾ ਤੇ ਪਈਆਂ ਹੋਈਆਂ ਸਨ, ਉਹਨਾਂ ਪੋਥੀਆਂ ਦੇ ਵਿੱਚ ਜੋ ਬਾਣੀ ਸੀ ਇੱਕ ਗ੍ਰੰਥ ਦੇ ਵਿੱਚ ਕਰਨ ਦਾ ਫੈਸਲਾ ਕੀਤਾ ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇੱਕ ਆਦਿ ਗ੍ਰੰਥ ਜਿਹੜਾ ਤਿਆਰ ਕੀਤਾ, ਜਿਹਦੇ ਵਿੱਚ 30 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਹੋਈ ਹੈ ਅਤੇ 15 ਭਗਤ, 11 ਭੱਟ, 3 ਗੁਰਸਿੱਖ ਅਤੇ 5 ਗੁਰੂ ਸਾਹਿਬਾਨਾਂ ਦੀ ਬਾਣੀ ਹੈ, ਜੋ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਦਿ ਗ੍ਰੰਥ ਦੇ ਵਿੱਚ ਲਿਖੀ ਹੈ, ਜਿਹਦਾ ਅੱਜ ਆਪਾਂ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ। ਇਹ ਪਹਿਲਾ ਕਾਰਨ ਸੀ ਵੀ ਗ੍ਰੰਥ ਪੰਥ ਦੀ ਅਗਵਾਈ ਕਰਨ ਵਾਸਤੇ ਗ੍ਰੰਥ ਦਾ ਹੋਣਾ ਬਹੁਤ ਹੀ ਜ਼ਰੂਰੀ ਸੀ। ਤੇ 10ਵੇਂ ਜਾਮੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਸੇ ਕਰਕੇ ਪੰਥ ਨੂੰ ਗੱਲ ਕਹੀ ਸੀ ਖਾਲਸੇ ਨੂੰ ਕਿ ਖਾਲਸਾ ਜੀ ਸਾਡੀ ਆਤਮਾ ਗ੍ਰੰਥ ਵਿੱਚ ਹੈ ਤੇ ਸਰੀਰ ਸਾਡਾ ਪੰਥ ਵਿੱਚ ਹੈ। ਜੇ ਆਤਮਾ ਦੇ ਦਰਸ਼ਨ ਕਰਨੇ ਹਨ ਤਾਂ ਗ੍ਰੰਥ ਨੂੰ ਪੜ੍ਹ ਲੈਣਾ, ਤੇ ਜੇ ਸਰੀਰ ਦੇ ਦਰਸ਼ਨ ਕਰਨੇ ਹਨ ਤੇ ਪੰਜਾਂ ਪਿਆਰਿਆਂ ਵਿੱਚੋਂ ਕਰ ਲੈਣੇ। ਭਾਵ ਕਿ ਗ੍ਰੰਥ ਤੇ ਪੰਥ ਦੋਵਾਂ ਨੂੰ ਸਤਿਗੁਰ ਜੀ ਨੇ ਗੁਰਤਾ ਗੱਦੀ ਬਖਸ਼ੀ ਹੈ। ਮੇਰੇ ਕਹਿਣ ਤੋਂ ਮੁਰਾਦ ਪੰਥ ਦੀ ਅਗਵਾਈ ਕਰਨ ਵਾਸਤੇ ਗ੍ਰੰਥ ਦਾ ਹੋਣਾ ਬਹੁਤ ਜ਼ਰੂਰੀ ਸੀ। ਇਹ ਪਹਿਲਾ ਕਾਰਨ ਹੈ। ਦੂਸਰਾ ਕਾਰਨ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਤੱਕ ਪ੍ਰਚਾਰ ਦੇ ਰਾਹੀਂ ਸਿੱਖੀ ਦਾ ਬਹੁਤ ਜ਼ਿਆਦਾ ਪ੍ਰਚਾਰ ਹੋਇਆ, ਜਿਹਦੇ ਕਰਕੇ ਸਿੱਖਾਂ ਦੀ ਗਿਣਤੀ ਵਿੱਚ ਵੀ ਬਹੁਤ ਜ਼ਿਆਦਾ ਵਾਧਾ ਹੋਇਆ ਅਤੇ ਗੁਰੂ ਸਾਹਿਬ ਜੀ ਦਾ ਸਰੀਰ ਇੱਕ ਹੈ, ਜੋ ਕਿ ਇੱਕ ਸਮੇਂ ਇੱਕ ਜਗ੍ਹਾ ਹੀ ਰਹਿ ਸਕਦਾ ਹੈ ਅਤੇ ਬਾਰ-ਬਾਰ ਜਿਹੜਾ ਸਰੀਰ ਹੈ ਇੱਕ ਜਗ੍ਹਾ ਤੋਂ ਕਈ ਜਗ੍ਹਾ ਤੇ ਨਹੀਂ ਖੜਿਆ ਜਾ ਸਕਦਾ। ਪਰ ਜਿਹੜੀ ਨੇੜੇ ਤੇੜੇ ਦੀ ਸੰਗਤ ਹੈ ਉਹ ਗੁਰੂ ਸਾਹਿਬ ਜੀ ਦੇ ਦਰਸ਼ਨ ਵੀ ਕਰਦੇ ਹਨ ਸਰੀਰ ਦੀ ਆ ਕੇ, ਤੇ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਪੜ੍ਹ ਸੁਣ ਵੀ ਲੈਂਦੇ ਹਨ। ਪਰ ਜਿਹੜੇ ਦੂਰ ਦਰਾਡੇ ਦੀ ਸੰਗਤ ਹੈ ਉਹ ਨਾ ਤਾਂ ਸਰੀਰ ਦੇ ਦਰਸ਼ਨ ਕਰ ਪਾਉਂਦੇ ਸਨ ਤੇ ਨਾ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਹੀ ਪੜ੍ਹ ਸੁਣ ਸਕਦੇ ਸਨ। ਤੇ ਸਤਿਗੁਰੂ ਜੀ ਨੇ ਇਸ ਮਸਲੇ ਦਾ ਹੱਲ ਕਰਨ ਵਾਸਤੇ ਹੀ ਸਤਿਗੁਰੂ ਜੀ ਨੇ ਆਦਿ ਗ੍ਰੰਥ ਲਿਖਿਆ, ਤਾਂ ਜੋ ਸਰੀਰ ਭਾਵੇਂ ਇੱਕ ਸਮੇਂ ਇੱਕ ਜਗ੍ਹਾ ਹੈ ਪਰ ਗ੍ਰੰਥ ਉਹ ਹਰੇਕ ਜਗ੍ਹਾ ਤੇ ਪਹੁੰਚਾਇਆ ਜਾਵੇ। ਬਾਣੀ ਨੂੰ ਇਕੱਤਰ ਕਰਕੇ ਗ੍ਰੰਥ ਨੂੰ ਹਰੇਕ ਜਗ੍ਹਾ ਪਹੁੰਚਾਉਣ ਵਾਸਤੇ ਹੀ ਸਤਿਗੁਰੂ ਜੀ ਨੇ ਬਾਣੀ ਨੂੰ ਆਦਿ ਗ੍ਰੰਥ ਦੇ ਵਿੱਚ ਦਰਜ ਕੀਤਾ। ਇਹ ਦੂਸਰਾ ਕਾਰਨ ਹੈ। ਤੇ ਤੀਸਰਾ ਕਾਰਨ ਜੋ ਅਹਿਮ ਕਾਰਨ ਹੈ ਉਹ ਹੈ ਬਾਣੀ ਨੂੰ ਮਿਲਾਵਟ ਤੋਂ ਬਚਾਉਣਾ, ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਇੱਕ ਭਤੀਜਾ ਹੈ ਜਿਹਦਾ ਨਾਮ ਹੈ ਬਾਬਾ ਮਿਹਰਬਾਨ, ਜੋ ਕਿ ਪ੍ਰਿਥੀ ਚੰਦ ਦਾ ਮੁੰਡਾ ਹੈ ਤੇ ਪ੍ਰਿਥੀ ਚੰਦ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਵੱਡਾ ਭਰਾਤਾ ਹੈ। ਮਿਹਰਬਾਨ ਬਹੁਤ ਵੱਡਾ ਵਿਦਵਾਨ ਵੀ ਹੈ, ਬਹੁਤ ਜਾਣਕਾਰੀ ਵੀ ਰੱਖਦਾ ਹੈ, ਸੂਝ ਹੈ ਅਤੇ ਉਹਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਸੰਬੰਧੀ ਜਨਮ ਸਾਖੀ ਵੀ ਲਿਖੀ ਹੋਈ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਉਹਨਾਂ ਦੇ ਕੋਲ ਖਬਰ ਆਈ, ਸਿੱਖਾਂ ਨੇ ਬੇਨਤੀ ਕੀਤੀ ਸਤਿਗੁਰੂ ਨਾਨਕ ਛਾਪ ਵਰਤ ਕੇ ਕੱਚੀ ਬਾਣੀ ਨੂੰ ਉਚਾਰਿਆ ਜਾ ਰਿਹਾ ਹੈ, ਜਿਹਦੇ ਕਰਕੇ ਸਾਨੂੰ ਭੁਲੇਖਾ ਪੈਂਦਾ ਹੈ ਕਿ ਸੱਚੀ ਬਾਣੀ ਕਿਹੜੀ ਹੈ ਤੇ ਕੱਚੀ ਬਾਣੀ ਕਿਹੜੀ ਹੈ, ਕਿਉਂਕਿ ਮਿਹਰਬਾਨ ਨਾਨਕ ਛਾਪ ਵਰਤ ਕੇ ਬਾਣੀ ਨੂੰ ਉਚਾਰ ਰਿਹਾ ਹੈ। ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਨਾਨਕ ਜਿਹੜਾ ਸ਼ਬਦ ਵਰਤਿਆ ਜਾ ਰਿਹਾ ਹੈ, ਛਾਪ ਵਰਤੀ ਜਾ ਰਹੀ ਹੈ, ਪਰ ਬਾਣੀ ਇਹ ਮਿਹਰਬਾਨ ਦੀ ਹੈ ਜੋ ਕਿ ਕੱਚੀ ਬਾਣੀ ਹੈ। ਜਦੋਂ ਸਿੱਖਾਂ ਨੇ ਬੇਨਤੀ ਕੀਤੀ ਤੇ ਗੁਰੂ ਸਾਹਿਬ ਜੀ ਨੇ ਦਰਬਾਰ ਦੇ ਵਿੱਚ ਵੀ ਇੱਕ ਘਟਨਾ ਵਰਤ ਗਈ। ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਦਾ ਦੀਵਾਨ ਸਜਾਇਆ ਹੈ, ਸਿੱਖ ਸੰਗਤਾਂ ਕੀਰਤਨ ਸੁਣ ਰਹੀਆਂ ਹਨ ਆਸਾ ਦੀ ਵਾਰ ਦਾ ਅਤੇ ਰਾਗੀ ਸਿੰਘ ਕੀਰਤਨ ਕਰ ਰਹੇ ਹਨ
ਤੇ ਕੀਰਤਨ ਕਰਦਿਆਂ ਹੋਇਆ ਉਹਨਾਂ ਨੇ ਕੱਚੀ ਬਾਣੀ ਨੂੰ ਗਾ ਦਿੱਤਾ। ਤੇ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸੁਣਿਆ ਤੇ ਸਤਿਗੁਰੂ ਜੀ ਨੇ ਫਿਰ ਫੈਸਲਾ ਕਰ ਲਿਆ ਕਿ ਇਹ ਜੇ ਹੁਣ ਨਾ ਸਾਂਭਿਆ ਗਿਆ ਮੌਕਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਾਣੀ ਜਿਹੜੀ ਰਲ ਜਾਵੇਗੀ ਕੱਚੀ ਤੇ ਪੱਕੀ, ਜਿਹਦੇ ਨਾਲ ਸਿੱਖ ਸੰਗਤਾਂ ਨੂੰ ਬਹੁਤ ਵੱਡਾ ਝਟਕਾ ਲੱਗੇਗਾ, ਦੁਬਿਧਾ ਵਿੱਚ ਪੈ ਜਾਣਗੀਆਂ, ਨਾ ਸੱਚੀ ਦੀ ਪਛਾਣ ਕਰ ਸਕਣਗੀਆਂ ਤੇ ਨਾ ਹੀ ਪੱਕੀ ਦੀ ਪਛਾਣ ਕਰ ਸਕਣਗੀਆਂ। ਸਤਿਗੁਰੂ ਜੀ ਨੇ ਫੈਸਲਾ ਕੀਤਾ ਕਿ ਬਾਣੀ ਨੂੰ ਮਿਲਾਵਟ ਤੋਂ ਬਚਾਇਆ ਜਾਵੇ, ਇਹ ਤੀਸਰਾ ਕਾਰਨ ਹੈ। ਤੇ ਸਤਿਗੁਰੂ ਜੀ ਨੇ ਇਹਨਾਂ ਤਿੰਨਾਂ ਕਾਰਨਾਂ ਨੂੰ ਮੁੱਖ ਰੱਖਦਿਆਂ ਹੋਇਆ ਫੈਸਲਾ ਕੀਤਾ ਕਿ ਜਿਹੜੀ ਬਾਣੀ ਵੱਖ-ਵੱਖ ਜਗ੍ਹਾ ਤੇ ਪਈ ਹੋਈ ਹੈ, ਪਹਿਲੇ ਗੁਰੂ ਸਾਹਿਬਾਨਾਂ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਅਤੇ ਹੋਰ ਵੀ ਜਿਹੜੇ ਭਗਤ ਸਾਹਿਬਾਨ ਬੰਦਗੀ ਕਰਨ ਵਾਲਿਆਂ ਨੇ ਕੇਵਲ ਇੱਕ ਅਕਾਲ ਦੀ ਉਸਤਤ ਵਿੱਚ ਬਾਣੀ ਉਚਾਰੀ ਹੈ, ਉਹਨੂੰ ਇੱਕ ਗ੍ਰੰਥ ਦੇ ਵਿੱਚ ਦਰਜ ਕੀਤਾ ਜਾਵੇ। ਤੇ ਸਤਿਗੁਰੂ ਜੀ ਨੇ ਚਿੱਠੀਆਂ ਰਾਹੀਂ ਕੁਝ ਸਿੱਖਾਂ ਦੇ ਰਾਹੀਂ ਸੁਨੇਹੇ ਭੇਜੇ ਹਨ ਅਤੇ ਜਿੱਥੇ ਆਪ ਜਾਣ ਦਾ ਮੌਕਾ ਬਣਿਆ ਕਿ ਬਾਣੀ ਨੂੰ ਇਕੱਤਰ ਕੀਤਾ ਜਾਵੇ, ਸਤਿਗੁਰੂ ਜੀ ਆਪ ਜਾ ਕੇ ਵੀ ਬਾਣੀ ਲੈ ਕੇ ਆਏ ਹਨ। ਉਦਾਹਰਨ ਦੇ ਤੌਰ ਤੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬਾਬੇ ਮੋਹਨ ਦੇ ਕੋਲ ਸਤਿਗੁਰੂ ਜੀ ਦੀਆਂ ਬਾਣੀ ਦੀਆਂ ਪੋਥੀਆਂ ਹਨ, ਜਿਹੜੀਆਂ ਪੋਥੀਆਂ ਨਾ ਬਾਬੇ ਮੋਹਨ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਦਿੱਤੀਆਂ ਤੇ ਨਾ ਹੀ ਭਾਈ ਗੁਰਦਾਸ ਜੀ ਨੂੰ ਦਿੱਤੀਆਂ, ਪਰ ਜਦੋਂ ਗੁਰੂ ਅਰਜਨ ਪਾਤਸ਼ਾਹ ਲੈਣ ਆਏ ਹਨ ਤੇ ਬਾਬੇ ਮੋਹਨ ਨੇ ਉਹ ਪੋਥੀਆਂ ਦੇ ਦਿੱਤੀਆਂ। ਸਤਿਗੁਰੂ ਜੀ ਨੇ ਸਾਰੀ ਬਾਣੀ ਇਕੱਤਰ ਕੀਤੀ ਹੈ ਤੇ ਭਾਈ ਗੁਰਦਾਸ ਜੀ ਨੂੰ ਆਪਣੇ ਕੋਲ ਬੁਲਾਇਆ। ਆਪਣੇ ਕੋਲ ਬੁਲਾ ਕੇ ਕਹਿੰਦੇ, ਭਾਈ ਸਾਹਿਬ ਜੀ, ਹਾਲਾਂਕਿ ਰਿਸ਼ਤੇ ਦੇ ਵਿੱਚ ਭਾਈ ਗੁਰਦਾਸ ਜੀ ਮਾਮਾ ਜੀ ਲੱਗਦੇ ਹਨ, ਪਰ ਗੁਰੂ ਅਰਜਨ ਦੇਵ ਪਾਤਸ਼ਾਹ ਉਹਨਾਂ ਨੂੰ ਭਾਈ ਦਾ ਖਿਤਾਬ ਦਿੱਤਾ ਹੋਇਆ ਹੈ। ਤੇ ਭਾਈ ਗੁਰਦਾਸ ਜੀ ਨੂੰ ਕੋਲ ਬੁਲਾਇਆ ਤੇ ਕੋਲ ਬੁਲਾ ਕੇ ਕਹਿਣ ਲੱਗੇ, ਸਤਿਗੁਰੂ ਜੀ ਕਿ ਭਾਈ ਜੀ ਅੱਜ ਆਪਾਂ ਇੱਕ ਕਾਇਮ ਕਾਰਜ ਕਰਨਾ ਹੈ, ਜਿਹੜਾ ਕਰਨਾ ਅਤ ਜ਼ਰੂਰੀ ਹੈ। ਤੇ ਸਤਿਗੁਰੂ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਸੁਨੇਹਾ ਭੇਜ ਦਿੱਤਾ ਹੈ ਕਿ ਤੁਸੀਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆ ਜਾਵੋ। ਬਾਬਾ ਬੁੱਢਾ ਸਾਹਿਬ ਜੀ ਅੰਮ੍ਰਿਤਸਰ ਦੀ ਧਰਤੀ ਤੇ ਆਏ ਹਨ। ਸਤਿਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰੂ ਦਾਸ ਦੇ ਲਈ ਕੋਈ ਸੇਵਾ। ਤੇ ਸਤਿਗੁਰੂ ਜੀ ਕਹਿਣ ਲੱਗੇ, ਬਾਬਾ ਜੀ ਤੁਹਾਡੇ ਵਾਸਤੇ ਇਹ ਸੇਵਾ ਹੈ ਕਿ ਅਸੀਂ ਗ੍ਰੰਥ ਨੂੰ ਤਿਆਰ ਕਰਨਾ ਹੈ ਤੇ ਤੁਸੀਂ ਦਰਬਾਰ ਸਾਹਿਬ ਦੇ ਵਿੱਚ, ਹਰਮੰਦਰ ਸਾਹਿਬ ਦੇ ਵਿੱਚ ਬੈਠ ਕੇ ਸਾਡੀ ਜਗ੍ਹਾ ਤੇ ਬੈਠ ਕੇ ਸਿੱਖ ਸੰਗਤ ਨੂੰ ਉਪਦੇਸ਼ ਦੇਣਾ ਹੈ, ਕਿਉਂਕਿ ਅਸੀਂ ਕਾਰਜ ਵਿੱਚ ਰੁਝਣਾ ਹੈ ਤੇ ਸਿੱਖ ਸੰਗਤਾਂ ਨੂੰ ਉਪਦੇਸ਼ ਦੇਣਾ ਵੀ ਜ਼ਰੂਰੀ ਹੈ। ਤੁਸੀਂ ਸਿੱਖ ਸੰਗਤਾਂ ਨੂੰ ਨਾਮ ਦਾਨ ਤੇ ਰੜਾਵੋਗੇ ਅਤੇ ਅਸੀਂ ਗ੍ਰੰਥ ਨੂੰ ਤਿਆਰ ਕਰਾਂਗੇ। ਬਾਬਾ ਬੁੱਢਾ ਸਾਹਿਬ ਜੀ ਹਰਮੰਦਰ ਸਾਹਿਬ ਦੇ ਵਿੱਚ ਬੈਠ ਕੇ ਸਿੱਖ ਸੰਗਤ ਨੂੰ ਨਾਮ ਦਾਨ ਦਾ ਉਪਦੇਸ਼ ਦਿੰਦੇ ਹਨ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਭਾਈ ਗੁਰਦਾਸ ਜੀ ਨੂੰ ਨਾਲ ਲਿਆ ਹੈ, ਭਾਈ ਬੰਨੋ ਜੀ ਨੂੰ ਨਾਲ ਲਿਆ ਹੈ ਅਤੇ ਰਾਮਸਰ ਦੇ ਕੰਢੇ ਤੇ ਆ ਗਏ ਹਨ। ਸਤਿਗੁਰੂ ਜੀ ਨੇ ਇੱਥੇ ਬਾਣੀ ਨੂੰ ਗ੍ਰੰਥ ਦੇ ਵਿੱਚ ਲਿਖਾਉਣਾ ਸ਼ੁਰੂ ਕੀਤਾ ਹੈ। 1601 ਈਸਵੀ ਦੇ ਵਿੱਚ ਸਤਿਗੁਰੂ ਜੀ ਨੇ ਇਸ ਗ੍ਰੰਥ ਦੀ ਸੰਪਾਦਨਾ ਆਰੰਭ ਕੀਤੀ ਹੈ ਅਤੇ 1604 ਈਸਵੀ ਦੇ ਵਿੱਚ ਸਤਿਗੁਰੂ ਜੀ ਨੇ ਸੰਪਾਦਨਾ ਨੂੰ ਸੰਪੂਰਨ ਕੀਤਾ, ਜਿਹਦੇ ਵਿੱਚ 30 ਰਾਗਾਂ ਵਿੱਚ ਬਾਣੀ ਹੈ, 5 ਗੁਰੂ ਸਾਹਿਬਾਨਾਂ ਦੀ ਬਾਣੀ ਹੈ, 15 ਭਗਤਾਂ ਦੀ ਬਾਣੀ ਹੈ, 11 ਭੱਟਾਂ ਦੀ ਬਾਣੀ ਹੈ, 3 ਗੁਰਸਿੱਖਾਂ ਦੀ ਬਾਣੀ ਹੈ ਅਤੇ ਸਤਿਗੁਰੂ ਜੀ ਨੇ ਇਸ ਬਾਣੀ ਨੂੰ ਆਦਿ ਗ੍ਰੰਥ ਦੇ ਵਿੱਚ ਦਰਜ ਕਰ ਦਿੱਤਾ। ਸਤਿਗੁਰੂ ਜੀ ਨੇ ਸੰਪਾਦਨਾ ਸੰਪੂਰਨ ਹੋਈ ਅਤੇ ਭਾਈ ਬੰਨੋ ਜੀ ਨੂੰ ਸੇਵਾ ਦੇ ਦਿੱਤੀ ਕਿ ਭਾਈ ਬੰਨੋ ਜੀ ਤੁਸੀਂ ਇਸ ਗ੍ਰੰਥ ਦੀ ਜਿਲਦ ਬਣਨੀ ਹੈ। ਭਾਈ ਬੰਨੋ ਜੀ ਨੇ ਜਿਲਦ ਦੀ ਸੇਵਾ ਵੀ ਕਰਵਾਈ। ਜਿਲਦ ਨੂੰ ਬਣ ਕੇ ਫਿਰ ਸਰੂਪ ਜਿਹੜਾ ਹੈ ਉਹ ਰਾਮਸਰ ਦੇ ਕੰਢੇ ਤੇ ਆ ਗਿਆ ਹੈ ਤੇ ਸਤਿਗੁਰੂ ਜੀ ਨੇ ਅੱਜ ਸੁਨੇਹਾ ਭੇਜ ਦਿੱਤਾ ਹੈ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇ ਵਿੱਚ ਕਿ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਅੱਜ ਸ਼ਾਮ ਨੂੰ ਰਾਮਸਰ ਦੇ ਕੰਢੇ ਤੇ ਆ ਜਾਣਾ ਹੈ। ਨਾਲ ਸਿੱਖ ਸੰਗਤਾਂ ਨੂੰ
ਹੁਕਮ ਭੇਜ ਦਿੱਤਾ ਹੈ, ਸਨੇਹਾ ਭੇਜ ਦਿੱਤਾ ਕਿ ਸੰਗਤ ਵੀ ਭਾਰੀ ਗਿਣਤੀ ਦੇ ਵਿੱਚ ਰਾਮਸਰ ਦੇ ਕੰਢੇ ਤੇ ਆ ਜਾਣ। ਬਹੁਤਾਤ ਦੇ ਵਿੱਚ ਸੰਗਤ ਆਈ ਹੈ। ਬਾਬਾ ਬੁੱਢਾ ਸਾਹਿਬ ਜੀ ਆਏ ਹਨ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਿਸ ਪਲੰਗੇ ਤੇ ਆਪ ਬੈਠਦੇ ਹਨ, ਉਸ ਪਲੰਗੇ ਦੇ ਉੱਤੇ ਬੜੇ ਸਤਿਕਾਰ ਦੇ ਨਾਲ ਆਦ ਬੀੜ ਨੂੰ ਟਿਕਾਇਆ ਹੋਇਆ ਹੈ, ਆਦ ਬੀੜ ਨੂੰ ਰੱਖਿਆ ਹੋਇਆ ਹੈ ਅਤੇ ਹੁਕਮ ਕਰ ਦਿੱਤਾ ਕਿ ਸਾਡੇ ਵਾਸਤੇ ਜਿਹੜਾ ਵਾ ਉਹ ਪਲੰਗਾ ਨਾ ਡਾਇਆ ਜਾਵੇ, ਅਸੀਂ ਵੀ ਅੱਜ ਜ਼ਮੀਨ ਤੇ ਹੀ ਬੈਠਾਂਗੇ ਜਾਂ ਲੇਟਾਂਗੇ। ਸਤਿਗੁਰੂ ਜੀ ਨੇ ਦਰਬਾਰ ਦੀ ਸਮਾਪਤੀ ਤੋਂ ਬਾਅਦ ਸਿੱਖ ਸੰਗਤਾਂ ਆਰਾਮ ਕਰ ਰਹੀਆਂ ਹਨ। ਬਾਬਾ ਬੁੱਢਾ ਸਾਹਿਬ ਜੀ ਵੀ ਆਰਾਮ ਕਰ ਰਹੇ ਹਨ, ਭਾਈ ਗੁਰਦਾਸ ਜੀ ਵੀ ਆਰਾਮ ਕਰ ਰਹੇ ਹਨ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਉਹਨਾਂ ਨੇ ਰਾਤ ਸੰਗਤ ਦੇ ਵਿੱਚ ਟਹਿਲ ਰਹੇ ਹਨ ਤੇ ਟਹਿਲਦਿਆਂ ਹੋਇਆ ਸਤਿਗੁਰੂ ਜੀ ਨੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਧਿਆਨ ਜੋੜਿਆ ਅਤੇ ਅਰਦਾਸ ਕੀਤੀ, ਹੈ ਪ੍ਰਮਾਤਮਾ ਤੇਰੀ ਕਿਰਪਾ ਦੇ ਨਾਲ ਅੱਜ ਆਦ ਬੀੜ ਦੀ ਸੰਪਾਦਨਾ ਹੋਈ ਹੈ ਅਤੇ ਤੇਰੀ ਕਿਰਪਾ ਦੇ ਨਾਲ ਸਰੂਪ ਤਿਆਰ ਹੋਇਆ ਹੈ। ਕਿਰਪਾ ਕਰ ਇਸ ਗ੍ਰੰਥ ਦੇ ਵਾਸਤੇ ਗ੍ਰੰਥੀ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਤੇ ਇਸ ਦੇ ਗ੍ਰੰਥੀ ਵਾਸਤੇ ਉਹ ਗ੍ਰੰਥੀ ਚਾਹੀਦਾ ਹੈ ਜਿਹੜਾ ਇੰਦਰੀ ਜਿੱਤ ਹੋਵੇ, ਜਿਹੜਾ ਬਾਣੀ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਬੈਠਾ ਹੋਵੇ। ਕਿਉਂਕਿ ਇਤਿਹਾਸਕਾਰ ਕਹਿੰਦੇ ਹਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਥੋੜੀ ਜਿਹੀ ਵਿਚਾਰ ਇਹ ਵੀ ਕੀਤੀ ਕਿ ਗ੍ਰੰਥੀ ਖੱਤਰੀਆਂ ਦੇ ਵਿੱਚੋਂ ਲੈ ਲਿਆ ਜਾਂਦਾ ਹੈ, ਗ੍ਰੰਥੀ ਤ੍ਰਿਣ ਦੇ ਤ੍ਰਿਣ ਜਾਤ ਵਿੱਚੋਂ ਚੁਣਿਆ ਜਾਂਦਾ ਹੈ, ਜਾਂ ਖੱਤਰੀ ਭੱਲੇ ਜਾਤ ਵਿੱਚੋਂ ਜਾਂ ਸੋਢੀ ਜਾਤ ਵਿੱਚੋਂ ਲੈ ਲੈਂਦੇ ਹਾਂ। ਪਰ ਸਤਿਗੁਰੂ ਜੀ ਨੇ ਫਿਰ ਵਿਚਾਰ ਕੀਤੀ ਕਿ ਨਹੀਂ, ਜੇ ਜਾਤ ਵਿੱਚੋਂ ਚੁਣ ਲਿਆ ਗਿਆ ਤੇ ਕੱਲ ਨੂੰ ਇਹ ਹੋਵੇ ਆ ਜਾਵੇਗੀ ਕਿ ਗੁਰੂ ਸਾਹਿਬ ਜੀ ਨੇ ਗ੍ਰੰਥੀ ਸਾਡੀ ਜਾਤ ਵਿੱਚੋਂ ਚੁਣਿਆ ਹੋਇਆ ਹੈ। ਕਿਉਂਕਿ ਜਿਹੜਾ ਵੀ ਸਤਿਗੁਰੂ ਜੀ ਨੇ ਪੰਥ ਵਾਸਤੇ ਕਾਰਜ ਕੀਤਾ ਹੈ, ਸਤਿਗੁਰੂ ਜੀ ਨੇ ਬਹੁਤ ਸੂਝ ਸਿਆਣਪ ਦੇ ਨਾਲ ਕੀਤਾ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਪੰਥ ਦੇ ਵੱਲ ਕੋਈ ਉਂਗਲ ਨਾ ਕਰ ਸਕੇ। ਇਸ ਕਰਕੇ ਸਤਿਗੁਰੂ ਜੀ ਨੇ ਫੈਸਲਾ ਤਿਆਗ ਦਿੱਤਾ ਕਿ ਜਿਹੜਾ ਗ੍ਰੰਥੀ ਹੋਵੇਗਾ ਕਿਸੇ ਜਾਤ ਵਿੱਚੋਂ ਨਹੀਂ ਹੋਵੇਗਾ, ਉਹ ਗ੍ਰੰਥੀ ਚੁਣਿਆ ਜਾਵੇਗਾ ਜਿਹੜਾ ਜਾਤ ਪਾਤ ਤੋਂ ਨਿਰਲੇਪ ਹੋਵੇ, ਜਿਹੜਾ ਇੰਦਰੀ ਜਿੱਤ ਹੋਵੇ, ਜਿਹੜਾ ਪ੍ਰਮਾਤਮਾ ਦੇ ਨਾਮ ਦੇ ਵਿੱਚ ਭਿੱਜਿਆ ਹੋਵੇ ਤੇ ਸੰਗਤ ਵਿੱਚ ਟਹਿਲਦਿਆਂ ਹੋਇਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਧਿਆਨ ਬਾਬਾ ਬੁੱਢਾ ਸਾਹਿਬ ਜੀ ਤੇ ਪਿਆ ਹੈ। ਬਾਬਾ ਬੁੱਢਾ ਸਾਹਿਬ ਜੀ ਜਿੱਧਰ ਨੂੰ ਸੰਗਤ ਦੇ ਪੈਰ ਹਨ ਉਧਰ ਨੂੰ ਪਏ ਹੋਏ ਹਨ ਤੇ ਸਤਿਗੁਰੂ ਜੀ ਨੇ ਜਦੋਂ ਵੇਖਿਆ ਬਾਬਾ ਬੁੱਢਾ ਸਾਹਿਬ ਜੀ ਦੀ ਉਮਰ ਲਗਭਗ ਉਸ ਵਕਤ 98 ਸਾਲ ਦੇ ਕਰੀਬ ਹੈ, ਚਿੱਟਾ ਦਾੜਾ ਹੈ ਤੇ ਦਗਦਾ ਕਰਦਾ ਚਿਹਰਾ ਹੈ ਤੇ ਸਤਿਗੁਰੂ ਜੀ ਨੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਵੇਖਿਆ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਪ੍ਰਮਾਤਮਾ ਦਾ ਸ਼ੁਕਰ ਕੀਤਾ, ਸਤਿਗੁਰੂ ਤੇਰੀ ਕਿਰਪਾ ਦੇ ਨਾਲ ਗ੍ਰੰਥ ਵੀ ਤਿਆਰ ਹੈ ਤੇ ਤੇਰੀ ਕਿਰਪਾ ਦੇ ਨਾਲ ਅੱਜ ਉਹ ਗ੍ਰੰਥੀ ਵੀ ਮਿਲ ਗਿਆ ਹੈ ਜਿਹੜਾ ਗ੍ਰੰਥੀ ਇੰਦਰੀ ਜਿੱਤ ਹੈ, ਜਿਹੜਾ ਕਦੀ ਕਿਸੇ ਚੀਜ਼ ਦਾ ਦਾਵਾ ਨਹੀਂ ਕਰਦਾ, ਜਿਹੜਾ ਮਨ ਚਿੱਤ ਹੋ ਕੇ ਸੇਵਾ ਕਰਦਾ। ਕਿਉਂਕਿ ਇਸ ਘਰ ਦੇ ਵਿੱਚ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿਤ ਲਾਏ, ਜਿਹੜਾ ਚਿਤ ਲਾ ਕੇ ਸੇਵਾ ਕਰਦਾ ਹੈ ਉਹਦੀ ਹੀ ਸੇਵਾ ਸਫਲ ਹੈ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਜਦੋਂ ਵੇਖਿਆ ਤੇ ਸਤਿਗੁਰੂ ਜੀ ਨੇ ਸ਼ੁਕਰ ਕੀਤਾ ਪ੍ਰਮਾਤਮਾ ਕਿ ਤੇਰੀ ਕਿਰਪਾ ਦੇ ਨਾਲ ਉਹ ਗ੍ਰੰਥੀ ਵੀ ਮਿਲ ਗਿਆ ਹੈ ਜਿਹੜਾ ਇੰਦਰੀ ਜਿੱਤ ਹੈ। ਸਤਿਗੁਰੂ ਜੀ ਤੇ ਪ੍ਰਮਾਤਮਾ ਦਾ ਸ਼ੁਕਰ ਕੀਤਾ ਤੇ ਬਾਬਾ ਬੁੱਢਾ ਸਾਹਿਬ ਜੀ ਉਸ ਵਕਤ ਆਰਾਮ ਕਰ ਰਹੇ ਹਨ। ਸਵੇਰੇ ਵੀ ਬੇਨਤੀ ਕੀਤੀ ਸੀ ਕਿ ਗੁਰਮੁਖਾਂ ਦਾ ਸੌਣਾ ਤੇ ਆਮ ਮਨੁੱਖ ਦੇ ਸੌਣ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਆਮ ਮਨੁੱਖ ਸੁੱਤਾ ਹੋਵੇਗਾ, ਰਾਤ ਨੂੰ ਚੋਰੀ ਹੋ ਜਾਵੇ, ਰਾਤ ਨੂੰ ਡੇਰੇ ਆ ਜਾਣ, ਰਾਤ ਨੂੰ ਕੋਈ ਘਟਨਾ ਵਾਪਰ ਜਾਵੇ, ਉਹਨੂੰ ਕੋਈ ਗਿਆਨ ਨਹੀਂ ਹੈ। ਪਰ ਜਿਹੜਾ ਗੁਰਮੁਖ ਸੁੱਤਾ ਹੈ ਉਹ ਸੁੱਤਿਆਂ ਹੋਇਆ ਵੀ ਜਾਗਦਾ ਹੈ। ਸਤਿਗੁਰੂ ਜੀ ਨੇ ਬਾਣੀ ਵਿੱਚ ਇਸੇ ਕਰਕੇ ਕਿਹਾ ਵਾ, ਸੌਂਦੇ ਵਾਹ ਵਾਹ ਉਜਰ ਹੈ, ਉੱਠਦੇ ਵੀ ਵਾਹ ਕਰੇਣ, ਭਾਵ ਕਿ ਸੌਂਦਿਆਂ ਹੋਇਆਂ ਵੀ ਜਾਗਦੇ ਹਨ। ਪ੍ਰਮਾਤਮਾ ਦੇ ਨਾਮ ਦੇ ਵਿੱਚ ਸਾਰੀ ਸੋਝੀ ਸਾਰਾ ਗਿਆਨ ਹੈ। ਕਿਉਂਕਿ ਗੁਰਮੁਖ ਦੇ ਸੌਣ ਵਿੱਚ ਤੇ ਆਮ ਮਨੁੱਖ ਦੇ ਸੌਣ ਵਿੱਚ ਬੜਾ ਫਰਕ ਹੈ। ਅੰਮ੍ਰਿਤ ਵੇਲਾ ਹੋਇਆ ਤੇ ਸਿੱਖ ਸੰਗਤ ਨੇ ਇਸ਼ਨਾਨ ਪਾਣੀ ਕੀਤਾ ਹੈ।
बाबा बुड्ढा साहब जी ने इशनान किया ते गुरु अर्जन देव पातशाह इशनान करके आए गन ते बाबा बुड्ढा साहब जी जिन्हां दे अंदरों हौवे मरी हुई है, ਜਿਹੜੇ ਨਿਮਰਤਾ ਦੇ ਪੁੰਜ ਹਨ ਅਤੇ 113 ਸਾਲ ਉਹਨਾਂ ਨੇ ਸਿੱਖੀ ਨੂੰ ਕਮਾਇਆ ਹੈ ਅਤੇ ਇੱਕ ਦਿਨ ਵੀ ਦਾਵਾ ਨਹੀਂ ਕੀਤਾ ਕਿ ਇਸ ਚੀਜ਼ ਦਾ ਹੱਕਦਾਰ, ਇਸ ਦਾਤ ਦਾ ਹੱਕਦਾਰ ਮੈਂ ਹਾਂ। ਭਾਵ ਕਿ ਇੱਕ ਦਿਨ ਵੀ ਨਹੀਂ ਜਿਤਾਇਆ, ਸਗੋਂ ਇਹੋ ਅਰਦਾਸ ਕਰਦੇ ਰਹੇ ਹਨ ਬਾਬਾ ਬੁੱਢਾ ਜੀ ਕਿ ਸਤਿਗੁਰੂ ਮੇਰੀ ਕੀ ਔਕਾਤ ਹੈ ਕਿ ਮੈਂ ਸੇਵਾ ਕਰ ਸਕਾਂ, ਇਹ ਤੇ ਤੇਰੀ ਹੀ ਕਿਰਪਾ ਹੈ ਜਿਹੜੀ ਤੂੰ ਆਪਣੀ ਸੇਵਾ ਆਪ ਹੀ ਲੈ ਲੈਣਾ ਵਾ। ਤੇ ਬਾਬਾ ਬੁੱਢਾ ਸਾਹਿਬ ਜੀ ਅੱਜ ਆਏ ਹਨ ਤੇ ਸੰਗਤ ਤੋਂ ਸਭ ਤੋਂ ਮਗਰ ਜਾ ਕੇ ਬੈਠ ਗਏ ਹਨ ਤੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਹਾ ਬੁੱਢਾ ਸਾਹਿਬ ਜੀ ਤੁਸੀਂ ਮਗਰ ਨਹੀਂ, ਅੱਜ ਅੱਗੇ ਆ ਜਾਵੋ, ਕਿਉਂਕਿ ਅੱਜ ਤੁਹਾਡਾ ਕਾਰਜ ਅੱਗੇ ਹੋਣਾ ਹੈ, ਅੱਜ ਤੁਹਾਡਾ ਕਾਰਜ ਪਿੱਛੇ ਨਹੀਂ ਹੋਣਾ। ਕਿਉਂਕਿ ਸਤਿਗੁਰੂ ਜੀ ਕਹਿੰਦੇ ਬਾਬਾ ਜੀ ਅੱਗੇ ਅਸੀਂ ਅੱਗੇ ਚੱਲਦੇ ਹਾਂ ਤੇ ਤੁਸੀਂ ਸਾਡੇ ਪਿੱਛੇ ਚੱਲਦੇ ਸੀ, ਪਰ ਅੱਜ ਤੁਹਾਡੇ ਸਿਰ ਦੇ ਉੱਤੇ ਗ੍ਰੰਥ ਹੋਵੇਗਾ, ਤੁਸੀਂ ਅੱਗੇ ਚੱਲੋਗੇ ਤੇ ਅਸੀਂ ਤੁਹਾਡੇ ਪਿੱਛੇ ਪਿੱਛੇ ਚੱਲਾਂਗੇ। ਤੇ ਇਤਿਹਾਸਕਾਰ ਕਹਿੰਦੇ ਹਨ ਕਿ ਸਤਿਗੁਰੂ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਦੇ ਉੱਤੇ ਸਰੂਪ ਟਿਕਾਇਆ ਹੈ ਅਤੇ ਸਰੂਪ ਟਿਕਾਉਣ ਤੋਂ ਪਹਿਲਾਂ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਕੋਲ ਸੱਦਿਆ ਹੈ ਤੇ ਨਾਲ ਗੁਰੂ ਸਾਹਿਬ ਜੀ ਨੇ ਇੱਕ ਗੱਲ ਕਹੀ, ਬਾਬਾ ਜੀ ਇਸ ਗ੍ਰੰਥ ਦਾ ਪ੍ਰਕਾਸ਼ ਕਿੱਥੇ ਕੀਤਾ ਜਾਵੇ, ਕਿਉਂਕਿ ਦਰਬਾਰ ਸਾਹਿਬ ਸੱਚਖੰਡ ਪਹਿਲਾਂ ਬਣਿਆ ਹੈ ਤੇ ਗ੍ਰੰਥ ਜਿਹੜਾ ਬਾਅਦ ਚ ਤਿਆਰ ਹੋਇਆ ਹੈ। ਭਾਵ ਕਿ ਜਿਸ ਜਗ੍ਹਾ ਤੇ ਪ੍ਰਕਾਸ਼ ਹੋਣਾ ਹੈ ਉਸ ਜਗ੍ਹਾ ਨੂੰ ਵੀ ਸਤਿਗੁਰੂ ਜੀ ਨੇ ਪਹਿਲਾਂ ਬਣਾਇਆ ਹੋਇਆ ਹੈ। ਤੇ ਸਤਿਗੁਰੂ ਜੀ ਨੇ ਕਿਹਾ ਬਾਬਾ ਜੀ ਪ੍ਰਕਾਸ਼ ਕਿੱਥੇ ਕੀਤਾ ਜਾਵੇ ਤੇ ਬਾਬਾ ਜੀ ਕਹਿ ਲੱਗੇ ਸ੍ਰੀ ਗੁਰੂ ਗ੍ਰੰਥ ਲਾਇਕ ਦਰਬਾਰਾ। ਸਤਿਗੁਰੂ ਜੀ ਕਹਿੰਦੇ ਦਰਬਾਰ ਸਾਹਿਬ ਤੋਂ ਲਾਇਕ ਕੋਈ ਔਰ ਜਗ੍ਹਾ ਹੀ ਨਹੀਂ ਹੈ, ਕਿਉਂਕਿ ਉਸ ਸਥਾਨ ਵਰਗਾ ਹੋਰ ਕੋਈ ਸਥਾਨ ਨਹੀਂ ਜਿੱਥੇ ਇਸ ਗ੍ਰੰਥ ਦਾ ਪ੍ਰਕਾਸ਼ ਹੋ ਸਕੇ। ਤੇ ਸਤਿਗੁਰੂ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਅੱਗੇ ਲਾਇਆ, ਸਾਹਿਬ ਬੁੱਢਾ ਆਗੇ ਕੀਨਾ ਤੇ ਪਾਛੈ ਸਤਿਗੁਰ ਸੁਖ ਲੀਨਾ। ਸਤਿਗੁਰੂ ਜੀ ਨੇ ਬਾਬਾ ਬੁੱਢਾ ਸਾਹਿਬ ਦੇ ਸਿਰ ਤੇ ਸੀਸ ਝੁਕਾਇਆ। ਆਪ ਸਤਿਗੁਰੂ ਜੀ ਚੌਰ ਕਰਦੇ ਹਨ ਤੇ ਆਪ ਅੰਦਰੋਂ ਇੰਨੇ ਜ਼ਿਆਦੇ ਖੁਸ਼ ਹਨ ਕਿਉਂਕਿ ਅੱਜ ਬਹੁਤ ਵੱਡਾ ਕਾਰਜ ਸਤਿਗੁਰੂ ਜੀ ਨੇ ਕਰਨਾ ਹੈ। ਸਤਿਗੁਰੂ ਜੀ ਰਾਮਸਰ ਦੇ ਕੰਢੇ ਤੋਂ ਤੁਰੇ ਹਨ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਆਏ ਹਨ। ਜਿੱਥੇ ਪੀੜਾ ਸਾਹਿਬ ਹੈ ਉੱਥੇ ਲਿਆ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਸਰੂਪ ਰੱਖਿਆ ਹੈ ਅਤੇ ਸਰੂਪ ਰੱਖ ਕੇ ਬਾਬਾ ਬੁੱਢਾ ਸਾਹਿਬ ਜੀ ਪਛਾਣ ਹੋਣ ਲੱਗੇ ਹਨ ਤੇ ਸਤਿਗੁਰੂ ਜੀ ਕਹਿ ਲੱਗੇ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਖੋ ਆਵਾਜ਼ ਸੁਣੇ ਸਭ ਪੰਥ। ਕਿਉਂਕਿ ਸਤਿਗੁਰੂ ਜੀ ਕਹਿੰਦੇ ਬੁੱਢਾ ਜੀ ਗ੍ਰੰਥ ਦਾ ਤੁਸੀਂ ਪ੍ਰਕਾਸ਼ ਕਰਨਾ ਹੈ, ਤੁਸੀਂ ਹੀ ਇਸ ਗ੍ਰੰਥ ਨੂੰ ਖੋਲਣਾ ਹੈ, ਪਛਾਣ ਨਾ ਹੋਵੋ। ਸਗੋਂ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਖੋ ਆਵਾਜ਼ ਸੁਣੇ ਸਭ ਪੰਥ। ਗ੍ਰੰਥ ਦੇ ਵਿੱਚੋਂ ਆਵਾਜ਼ ਲਵੋ, ਆਵਾਜ਼ਾਂ ਲਵੋ, ਜਿਹਨੂੰ ਅਸੀਂ ਅੱਜ ਕੱਲ ਹੁਕਮਨਾਮਾ ਸਾਹਿਬ ਕਹਿੰਦੇ ਹਾਂ, ਫਰਮਾਨ ਕਹਿੰਦੇ ਹਾਂ। ਉਸ ਵਕਤ ਆਵਾਜ਼ਾਂ ਕਿਹਾ ਜਾਂਦਾ ਸੀ ਕਿ ਗੁਰੂ ਦਾ ਆ ਆਵਾਜ਼ਾਂ ਆਇਆ ਹੈ ਅਤੇ ਇਸ ਆਵਾਜ਼ੇ ਨੂੰ, ਇਸ ਆਵਾਜ਼ ਦਾ ਉਪਦੇਸ਼ ਸਿੱਖ ਨੇ ਕਮਾਉਣਾ ਹੈ। ਤੇ ਇਤਿਹਾਸ ਕਰਕੇ ਦੇ ਅਦਬ ਸੰਗ ਤਬ ਗ੍ਰੰਥ ਖੋਲਾ ਲੈ ਆਵਾਜ਼ ਬੁੱਢਾ ਮੁਖ ਬੋਲਾ। ਬਾਬਾ ਬੁੱਢਾ ਸਾਹਿਬ ਨੇ ਅਦਬ ਸਤਿਕਾਰ ਦੇ ਨਾਲ ਗ੍ਰੰਥ ਨੂੰ ਖੋਲਿਆ ਹੈ ਤੇ ਗ੍ਰੰਥ ਨੂੰ ਖੋਲ ਕੇ ਲੈ ਆਵਾਜ਼ ਬੁੱਢਾ ਮੁਖ ਬੋਲਾ। ਬਾਬਾ ਬੁੱਢਾ ਸਾਹਿਬ ਜੀ ਆਪਣੇ ਮੁਖ ਤੋਂ ਬੋਲੇ ਹਨ। ਕੀ ਬੋਲੇ? ਸੋਈ ਮਹੱਲਾ ਪੰਜਵਾ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ RAM। ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM। ਸਤਿਗੁਰੂ ਜੀ ਨੇ ਪ੍ਰਕਾਸ਼ ਕਰਵਾਇਆ। ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਕਾਸ਼ ਕੀਤਾ, ਹੁਕਮਨਾਮਾ ਲਿਆ, ਕਿਉਂਕਿ ਅੱਜ ਦੇ ਦਿਨ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਪਾਸੋਂ ਕਰਵਾਇਆ ਸੀ।
ਜਿਹਦਾ ਪ੍ਰਕਾਸ਼ ਦਿਹਾੜਾ ਅੱਜ ਦੇ ਦਿਨ ਗੁਰੂ ਨਾਨਕ ਦੇਵਾ ਸਿੱਖ ਸੰਗਤ ਬੜੇ ਚਾਅ ਦੇ ਨਾਲ ਮਨਾ ਰਹੀ ਹੈ। ਸਤਿਗੁਰੂ ਜੀ ਨੇ ਪ੍ਰਕਾਸ਼ ਕਰਾਉਣ ਤੋਂ ਬਾਅਦ ਹੁਕਮਨਾਮਾ ਦਵਾਇਆ ਅਤੇ ਗੁਰੂ ਸਾਹਿਬ ਦੇ ਉਪਦੇਸ਼ ਕੀਤਾ, ਸੰਗਤ ਜੀ ਇਹ ਅੱਜ ਤੋਂ ਬਾਅਦ ਗ੍ਰੰਥ ਹੈ, ਪੰਥ ਦੀ ਅਗਵਾਈ ਕਰਨ ਵਾਲਾ ਗ੍ਰੰਥ, ਤੇ ਇਸ ਗ੍ਰੰਥ ਦੇ ਵਿੱਚ ਜੋ ਬਾਣੀ ਹੈ ਇਹਦਾ ਸਤਿਕਾਰ ਕਰਨਾ ਹੀ ਸਿੱਖ ਦਾ ਫਰਜ਼ ਹੈ। ਜਿੰਨਾ ਇਹਦਾ ਸਤਿਕਾਰ ਕਰੋਗੇ ਉਹਨਾਂ ਤੁਹਾਡਾ ਸਤਿਕਾਰ ਹੋਵੇਗਾ, ਜਿੰਨਾ ਇਸ ਬਾਣੀ ਨੂੰ ਪੜੋਗੇ ਉਹਨਾਂ ਤੁਹਾਡਾ ਉਧਾਰ ਹੋਵੇਗਾ। ਕਿਉਂਕਿ ਜਿਹੜਾ ਮਨੁੱਖ ਹਉਮੈ ਨੂੰ ਮਾਰ ਕੇ ਸ਼ਬਦ ਦੇ ਵਿੱਚ ਮਰ ਜਾਵੇਗਾ, ਜਿਹੜਾ ਸ਼ਬਦ ਦੇ ਅਨੁਸਾਰ ਜੀਵਨ ਨੂੰ ਢਾਲ ਲਵੇਗਾ, ਜੀਵਨ ਨੂੰ ਕਮਾ ਲਵੇਗਾ, ਸਤਿਗੁਰੂ ਜੀ ਕਹਿੰਦੇ ਉਹਦੇ ਵਾਸਤੇ ਜੀਵਨ ਜਿਹੜਾ ਉਹਦਾ ਸਫਲਾ ਹੈ ਤੇ ਪ੍ਰਮਾਤਮਾ ਦੇ ਘਰ ਦੇ ਵਿੱਚ ਉਹਨੂੰ ਸਤਿਕਾਰ ਹੈ। ਕਿਉਂਕਿ ਕੋਈ ਗਾਵੇ ਕੋ ਸੁਣੈ ਹਰ ਨਾਮਾ ਮਨ ਮੰਤ, ਕਹੋ ਨਾਨਕ ਸੰਕਾ ਨਹੀਂ ਅੰਤ ਪਰਮ ਪਦ ਹੰਸ। ਸਤਿਗੁਰੂ ਜੀ ਕਹਿੰਦੇ ਅੰਤ ਨੂੰ ਪਰਮ ਪਦਵੀ ਹੀ ਮਿਲੇਗੀ ਜਿਹੜਾ ਇਸ ਬਾਣੀ ਨੂੰ ਪੜ੍ਹੇਗਾ। ਕਿਉਂਕਿ ਸਤਿਗੁਰੂ ਜੀ ਨੇ ਸਪਸ਼ਟ ਤੌਰ ਤੇ ਕਿਹਾ ਹੈ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁਝੇ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ। ਜੋ ਜੇ ਸਤਿਗੁਰੂ ਜੀ ਦਾ ਦਰਸ਼ਨ ਕਰਨਾ ਹੈ, ਅੰਦਰ ਨੂੰ ਸ਼ਾਂਤੀ ਦਿਵਾਉਣੀ ਹੈ, ਅੰਦਰ ਦਾ ਟਿਕਾ ਲਿਆਉਣਾ ਹੈ, ਤਾਂ ਫਿਰ ਬਾਣੀ ਦੇ ਵਿੱਚੋਂ ਹੀ ਅੰਦਰ ਦਾ ਟਿਕਾ ਮਿਲੇਗਾ, ਸ਼ਬਦ ਦੇ ਵਿੱਚੋਂ ਹੀ ਅੰਦਰ ਨੂੰ ਸ਼ਾਂਤੀ ਮਿਲੇਗੀ, ਸ਼ਬਦ ਦੇ ਵਿੱਚੋਂ ਬਾਣੀ ਦੇ ਵਿੱਚੋਂ ਹੀ ਸਤਿਗੁਰ ਜੀ ਦੇ ਦੀਦਾਰ ਹੋਣਗੇ। ਕਿਉਂਕਿ ਸਤਿਗੁਰ ਜੀ ਨੇ ਸ਼ਬਦ ਦੇ ਨਾਲ ਸਿੱਖ ਨੂੰ ਲਾਇਆ ਹੈ, ਤੇ ਜਿਹੜਾ ਸੁਰਤ ਨੂੰ ਸ਼ਬਦ ਦੇ ਵਿੱਚ ਭਿਜਾ ਲਵੇਗਾ ਜਾਂ ਸ਼ਬਦ ਵਿੱਚ ਸੁਰਤ ਨੂੰ ਟਿਕਾ ਲਵੇਗਾ, ਆਪਣੀ ਸੁਰਤ ਦੇ ਵਿੱਚ ਸ਼ਬਦ ਨੂੰ ਵਸਾ ਲਵੇਗਾ, ਸਤਿਗੁਰੂ ਜੀ ਕਹਿੰਦੇ ਉਹਦਾ ਪਾਰ ਅਤਾਰਾ ਹੋਵੇਗਾ ਹੀ ਹੋਵੇਗਾ, ਉਹਦਾ ਜਿਹੜਾ ਜਨਮ ਜਿਹੜਾ ਸਫਲਾ ਹੋਵੇਗਾ ਹੀ ਹੋਵੇਗਾ। ਕਿਉਂਕਿ ਜਿਹੜਾ ਸ਼ਬਦ ਦੀ ਕਮਾਈ ਕਰੇਗਾ, ਜਿਹੜਾ ਸ਼ਬਦ ਨੂੰ ਹਿਰਦੇ ਵਿੱਚ ਵਸਾਵੇਗਾ, ਸਤਿਗੁਰੂ ਜੀ ਤੇ ਇਥੋਂ ਤੱਕ ਕਹਿੰਦੇ ਗੁਰਬਾਣੀ ਬਣੀ ਹੈ, ਉਹ ਜਿਹੜਾ ਸਿੱਖ ਖੁਦ ਗੁਰਬਾਣੀ ਬਣ ਜਾਵੇਗਾ। ਕਿਉਂਕਿ ਜਿਹੜਾ ਬਾਣੀ ਨੂੰ ਪੜ੍ਹੇਗਾ, ਬਾਣੀ ਨੂੰ ਸੁਣੇਗਾ, ਬਾਣੀ ਨੂੰ ਕਮਾਵੇਗਾ, ਉਹਦਾ ਜੀਵਨ ਹੀ ਇੱਕ ਦਿਨ ਬਾਣੀ ਬਣ ਜਾਵੇਗਾ। ਉਹਦੇ ਰੋਮ ਰੋਮ ਦੇ ਵਿੱਚ ਬਾਣੀ ਚੱਲੇਗੀ, ਉਹਦੇ ਰੋਮ ਰੋਮ ਦੇ ਵਿੱਚ, ਅੰਗ ਅੰਗ ਦੇ ਵਿੱਚ, ਸਰੀਰ ਦੇ ਹਰੇਕ ਜਰੇ ਜਰੇ ਦੇ ਵਿੱਚੋਂ ਸਤਿਗੁਰ ਜੀ ਦੀ ਬਾਣੀ ਦੇ ਮੁਤਾਬਕ ਉਸ ਪਰਮਾਤਮਾ ਦਾ ਨਾਮ ਹੀ ਚੱਲੇਗਾ। ਕਿਉਂਕਿ ਪਰਮਾਤਮਾ ਦਾ ਨਾਮ ਬਾਣੀ ਦੇ ਵਿੱਚੋਂ ਹੀ ਚੱਲੇਗਾ। ਜਿਹੜਾ ਬਾਣੀ ਨੂੰ ਪੜ੍ਹੇਗਾ, ਬਾਣੀ ਨੂੰ ਕਮਾਵੇਗਾ, ਉਹ ਹੀ ਜਿਹੜਾ ਸਤਿਗੁਰੂ ਪਰਮਾਤਮਾ ਦੇ ਦੀਦਾਰ ਪਾਵੇਗਾ। ਸਤਿਗੁਰੂ ਜੀ ਨੇ ਅੱਜ ਦੇ ਦਿਨ ਪਹਿਲਾ ਪ੍ਰਕਾਸ਼ ਦਿਹਾੜਾ ਸੱਚਖੰਡ ਦੇ ਵਿੱਚ ਕਰਵਾਇਆ ਹੈ, ਅਤੇ ਨਾਲ ਦੀ ਨਾਲ ਸਤਿਗੁਰੂ ਜੀ ਨੇ ਹੈੱਡ ਗ੍ਰੰਥੀ ਦੀ ਨਿਯੁਕਤੀ ਵੀ ਅੱਜ ਦੇ ਦਿਨ ਕੀਤੀ। ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਪਹਿਲੇ ਹੈੱਡ ਗ੍ਰੰਥੀ ਹਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ, ਅਤੇ ਉਹਨਾਂ ਨੂੰ ਪਹਿਲਾ ਹੈੱਡ ਗ੍ਰੰਥੀ ਬਣਾਇਆ। ਤੇ ਨਾਲ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ, ਜਿੱਥੇ ਗ੍ਰੰਥ ਦਾ ਸਤਿਕਾਰ ਹੈ ਉੱਥੇ ਗ੍ਰੰਥੀ ਦਾ ਵੀ ਸਤਿਕਾਰ ਜ਼ਰੂਰੀ ਹੈ। ਕਿਉਂਕਿ ਜਿੰਨਾ ਚਿਰ ਤੱਕ ਗ੍ਰੰਥੀ ਦਾ ਸਤਿਕਾਰ ਨਹੀਂ ਹੋਵੇਗਾ, ਕੱਲਾ ਗ੍ਰੰਥ ਦਾ ਸਤਿਕਾਰ ਹੋਵੇਗਾ, ਸਤਿਗੁਰੂ ਜੀ ਕਹਿੰਦੇ ਜੀਵਨ ਫਿਰ ਵੀ ਨਹੀਂ ਬਦਲੇਗਾ। ਕਿਉਂਕਿ ਸਤਿਗੁਰੂ ਜੀ ਗੁਰੂ ਸਾਹਿਬ ਜੀ ਨੇ ਜਿੱਥੇ ਗ੍ਰੰਥ ਨੂੰ ਸਤਿਕਾਰਨ ਵਾਸਤੇ ਕਿਹਾ ਹੈ, ਉੱਥੇ ਗ੍ਰੰਥ ਨੂੰ ਪੜ੍ਹਨ ਵਾਲੇ ਵਜ਼ੀਰ ਗ੍ਰੰਥੀ ਨੂੰ ਵੀ ਸਤਿਕਾਰ ਦੇਣ ਵਾਸਤੇ ਲਿਖਿਆ ਗਿਆ ਹੈ। ਕਿਉਂਕਿ ਸਤਿਕਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਨਿਕਲਣਾ ਹੈ, ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਦਾ ਹੈ ਉਹਦਾ ਸਤਿਕਾਰ ਕਰਨਾ ਵੀ ਬਹੁਤ ਜ਼ਰੂਰੀ ਹੈ। ਤੇ ਸਤਿਗੁਰੂ ਜੀ ਨੇ ਕਿਹਾ, ਸਿੱਖਾ ਜੇ ਪਾਰ ਉਤਾਰਾ ਚਾਹੁੰਦਾ ਵਾ ਤੇ ਹਰੇਕ ਗੱਲ ਦਾ ਧਿਆਨ ਰੱਖੇ, ਗ੍ਰੰਥ ਦਾ ਵੀ ਸਤਿਕਾਰ ਕਰੇ, ਪੰਥ ਦਾ ਵੀ ਸਤਿਕਾਰ ਕਰੇ, ਅਤੇ ਗ੍ਰੰਥ ਨੂੰ ਪੜ੍ਹਨ ਵਾਲੇ ਗ੍ਰੰਥੀ ਦਾ ਵੀ ਸਤਿਕਾਰ ਕਰੇ। ਕਿਉਂਕਿ ਸਤਿਗੁਰੂ ਜੀ ਨੇ ਮਨੁੱਖ ਨੂੰ, ਸਿੱਖ ਨੂੰ ਬਹੁਤ ਉੱਚਾ ਜੀਵਨ ਦਿੱਤਾ ਹੈ, ਤਾਂ ਜੋ ਮੇਰੇ ਸਿੱਖ ਦਾ ਜੀਵਨ ਇੰਨਾ ਉੱਚਾ ਹੋਵੇ ਕਿ ਸਤਿਗੁਰੂ ਦਾ ਸਿੱਖ ਗੁਰੂ ਹੀ ਬਣ ਜਾਵੇ ਤੇ ਗੁਰੂ ਉਹਦਾ ਚੇਲਾ ਬਣ ਜਾਵੇ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ 1604 ਈਸਵੀ ਦੇ ਵਿੱਚ ਅੱਜ ਦੇ ਦਿਨ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਆਦ ਪੀੜ ਦਾ ਪ੍ਰਕਾਸ਼ ਕਰਵਾਇਆ, ਜਿਹਨੂੰ ਅਸੀਂ ਪਹਿਲਾ ਪ੍ਰਕਾਸ਼ ਦਿਹਾੜਾ ਕਹਿੰਦੇ ਹਾਂ। ਸਮੂਹ ਸੰਗਤ ਨੂੰ ਇੱਕ ਵਾਰੀ ਫਿਰ ਤੋਂ ਬੇਅੰਤ ਵਧਾਈਆਂ। ਸਤਿਗੁਰੂ ਜੀ ਕਿਰਪਾ ਕਰਨ। ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਿੱਖ ਸੰਗਤਾਂ ਮਨਾ ਰਹੀਆਂ ਹਨ ਅਤੇ ਸਮੂਹ ਸੰਗਤ ਨੂੰ ਸਤਿਗੁਰੂ ਜੀ ਕਿਰਪਾ ਕਰਨ, ਆਪਣੀ ਬਾਣੀ ਦੇ ਨਾਲ ਜੋੜਨ ਅਤੇ ਆਪਣੀ ਬਾਣੀ ਦਾ ਸਤਿਕਾਰ ਕਰਨ ਦੇ ਬਲ ਬੁੱਧੀ ਉਦਮ ਬਖਸ਼ੇ। ਕਿਰਪਾ ਕਰੇ ਸਤਿਗੁਰੂ ਜੀ। ਸਤਿਗੁਰੂ ਜੀ ਦੀ ਬਾਣੀ ਦੇ ਇਤਿਹਾਸ ਦੀਆਂ ਵਿਚਾਰਾਂ ਕਰਦਿਆਂ ਵਿਅੰਤ ਗਲਤੀਆਂ ਹੋਈਆਂ ਨੇ, ਗੁਰੂ ਅਤੇ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।